ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ, ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜੋ ਨਿਜ ਭਾਗ ਸਵਰਨੀ ਹੋਈ, ਤੇ ਨ ਵਿਕਾਰ ਸਕੈ ਕੋ ਕੋਈ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਨੂੰ ਸੀਸ ਝੁਕਾਉਂਦਾ ਹੈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਦੇ ਤਰਸ ਦੇ ਸਦਕਾ ਸਾਨੂੰ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ ਇਸ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆ ਕੇ ਵਿਰਾਜਮਾਨ ਹੁੰਦੇ ਹਾਂ ਤੇ ਉਸ ਸਮੇਂ ਨੂੰ ਕੀਮਤੀ ਬਣਾਉਣ ਦਾ ਯਤਨ ਕਰਦੇ ਹਾਂ। ਰੋਜ਼ਾਨਾ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਕੀਰਤਨ ਰੂਪ ਦੇ ਵਿੱਚ ਸਾਂਝਾ ਪਾਉਂਦੇ ਹਾਂ। ਨਾਲ ਹੀ ਨਾਲ ਸਤਿਗੁਰਾਂ ਜੀ ਦੇ ਪਾਵਨ ਇਤਿਹਾਸ ਤੋਂ ਵੀ ਜਾਣੂ ਹੋਣ ਦਾ ਯਤਨ ਕਰਦੇ ਹਾਂ। ਪਿਛਲੇ ਦਿਨਾਂ ਤੋਂ ਅਸੀਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਪੂਰਵ ਰਾਤ ਅਧਿਆਏ 10ਵੇਂ ਦਾ ਪ੍ਰਸੰਗ ਜੋ ਆਰੰਭ ਕੀਤਾ ਸੀ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ, ਜੋ ਆਪਣੇ ਪੁੱਤਰ ਨੂੰ ਲਾਡ ਪਿਆਰ ਕਰਦੇ ਨੇ ਤੇ ਨਾਲ ਹੀ ਨਾਲ ਉਹਨਾਂ ਨੂੰ ਘਰ ਦੇ ਕੰਮ ਕਾਜ ਵਿੱਚ ਹੱਥ ਵਟਾਉਣ ਦੇ ਲਈ ਵੀ ਆਖਦੇ ਨੇ। ਪਿਤਾ ਜੀ ਦਾ ਹੁਕਮ ਮੰਨ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੀਆਂ ਘਰ ਦੇ ਵਿੱਚ ਗਾਵਾਂ ਮੱਝਾਂ ਰੱਖੀਆਂ ਨੇ, ਜਿਹੜੇ ਪਸ਼ੂ ਰੱਖੇ ਹੋਏ ਨੇ, ਉਹਨਾਂ ਗਾਵਾਂ ਮੱਝਾਂ ਨੂੰ ਚਰਾਉਣ ਦੇ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ
ਨਗਰ ਤੋਂ ਬਾਹਰ ਉਹਨਾਂ ਗਾਵਾਂ ਮੱਝਾਂ ਨੂੰ ਲੈ ਕੇ ਜਾਂਦੇ ਨੇ। ਤੇ ਇਸੇ ਤਰ੍ਹਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਅਸੀਂ ਪ੍ਰਸੰਗ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਥਾਂ ਦੇ ਉੱਤੇ ਗਾਵਾਂ ਮੱਝਾਂ ਨੂੰ ਲੈ ਕੇ ਜਾਂਦੇ ਨੇ ਨਾ, ਉਸ ਅਸਥਾਨ ਦੇ ਉੱਤੇ ਉਹਨਾਂ ਗਾਵਾਂ ਮੱਝਾਂ ਨੇ ਇੱਕ ਖੇਤ ਉਜਾੜ ਦਿੱਤਾ। ਕਿਸਾਨ ਆਉਂਦਾ ਹੈ, ਉਸ ਨੂੰ ਇੰਝ ਪ੍ਰਤੀਤ ਹੁੰਦਾ ਕਿ ਇਹਨਾਂ ਗਾਵਾਂ ਮੱਝਾਂ ਨੇ ਜਿਹੜਾ ਮੇਰਾ ਖੇਤ ਸੀ, ਜਿਹੜੀ ਫਸਲ ਹਰੀ ਭਰੀ ਸੀ, ਜਿਹਨੂੰ ਹਰਿਆਵਲ ਕਰਨ ਦੇ ਲਈ, ਜਿਹਦੀ ਪਾਲਣ ਪੋਸ਼ਣ ਕਰਨ ਦੇ ਲਈ ਮੈਂ ਆਪਣਾ ਸਮਾਂ ਲਗਾਇਆ, ਚੰਗੀ ਤਰ੍ਹਾਂ ਉਸ ਫਸਲ ਨੂੰ ਪਾਲਿਆ, ਫਸਲ ਵੱਡੀ ਹੋਈ ਤੇ ਇਹ ਗਾਵਾਂ ਮੱਝਾਂ ਆ ਕੇ ਫਸਲ ਦਾ ਨੁਕਸਾਨ ਕਰ ਰਹੀਆਂ ਨੇ ਤੇ ਖੇਤ ਦੇ ਵਿੱਚ ਹੀ ਬੈਠ ਗਈਆਂ। ਉਹ ਕਿਸਾਨ ਜਦੋਂ ਦੇਖਦਾ ਤਾਂ ਪੂਰੇ ਗੁੱਸੇ ਦੇ ਵਿੱਚ ਆਉਂਦਾ ਹੈ, ਰੋਹ ਦੇ ਵਿੱਚ ਆਉਂਦਾ ਹੈ ਤੇ ਜਿੱਥੇ ਉਹਨਾਂ ਗਾਵਾਂ ਮੱਝਾਂ ਨੂੰ ਭਜਾਉਣ ਦਾ ਯਤਨ ਕਰਦਾ ਤੇ ਨਾਲ ਹੀ ਨਾਲ ਇਹ ਵੀ ਆਖਦਾ ਵੀ ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਵੀ ਜਿਹੜਾ ਇਸ ਤਰ੍ਹਾਂ ਇਹ ਖੇਤ ਦੇ ਵਿੱਚ ਬੜੀਆਂ ਹੋਈਆਂ ਨੇ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਕਿਸਾਨ ਦਾ ਰੌਲਾ ਸੁਣਦੇ ਨੇ, ਕਿਸਾਨ ਦੇ ਉੱਚੇ ਉੱਚੇ ਬੋਲ ਸੁਣਦੇ ਨੇ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਦੇ ਕੋਲ ਪਹੁੰਚਦੇ ਨੇ। ਤਾਂ ਫਿਰ ਜਦੋਂ ਉਸ ਨੂੰ ਪਤਾ ਲੱਗਦਾ ਵੀ ਇਹ ਨਾਨਕ ਹੈ, ਜੋ ਮਹਿਤਾ ਕਾਲੂ ਜੀ ਦਾ ਪੁੱਤਰ ਹੈ, ਜੋ ਨਗਰ ਦੇ ਪਟਵਾਰੀ ਨੇ, ਇਲਾਕੇ ਦੇ ਪਟਵਾਰੀ ਨੇ, ਉਹਨਾਂ ਦਾ ਪੁੱਤਰ ਹੈ ਨਾ, ਤਾਂ ਫਿਰ ਉਹ ਕਿਸਾਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਮੰਦਾ ਚੰਗਾ ਬੋਲਦਾ ਕਿ ਜਿਹੜੀਆਂ ਗਾਵਾਂ ਮੱਝਾਂ ਤੂੰ ਚਰਾਉਣ ਵਾਸਤੇ ਲੈ ਕੇ ਆਇਆ ਸੀ, ਇਹਨੇ ਸਾਰੀ ਫਸਲ ਖਰਾਬ ਕਰ ਦਿੱਤੀ ਮੇਰੀ। ਇਸ ਦਾ ਹੁਣ ਉਜਾੜਾ ਕੌਣ ਭਰੇਗਾ? ਇਸ ਦਾ ਉਜਾੜਾ ਭਰਨਾ ਪਵੇਗਾ ਤੁਹਾਨੂੰ। ਇਹ ਸਾਰੀ ਫਸਲ ਦਾ ਨੁਕਸਾਨ ਜਿਹੜਾ ਹੈ ਨਾ, ਇਹ ਤੁਹਾਡੇ ਕਰਕੇ ਹੋਇਆ ਹੈ, ਇਸ ਦਾ ਮੁਆਵਜ਼ਾ ਭਰਨਾ ਪਵੇਗਾ। ਕਹਿੰਦਾ ਨਹੀਂ ਤਾਂ ਫਿਰ ਰਾਏ ਬੁਲਾਰ ਜੀ ਦੇ ਕੋਲ ਤੁਹਾਨੂੰ ਲੈ ਕੇ ਜਾਣਾ। ਤੁਹਾਡੇ ਪਿਤਾ ਜੀ ਉੱਥੇ ਪਟਵਾਰੀ ਦਾ ਕੰਮ ਕਰਦੇ ਨੇ, ਉਸ ਦੇ ਅਧੀਨ ਕੰਮ ਕਰਦੇ ਨੇ, ਤੇ ਨਾਲੇ ਰਾਏ ਬੁਲਾਰ ਨੂੰ ਵੀ ਪਤਾ ਲੱਗੇਗਾ ਵੀ ਉਸ ਦੇ ਰਾਜ ਦੇ ਵਿੱਚ, ਉਸ ਦੀ ਬਾਦਸ਼ਾਹਤ ਦੇ ਵਿੱਚ ਕੀ ਕੁਝ ਹੋ ਰਿਹਾ। ਤੇ ਇਹ ਸਾਰਾ ਕੁਝ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਣਦੇ ਨੇ ਨਾ, ਤਾਂ ਉਹਨੂੰ ਸਮਝਾਉਣ ਦਾ ਯਤਨ ਕਰਦੇ ਨੇ ਵੀ ਭਾਈ ਜਿਹੜਾ ਤੇਰੇ ਹੱਕ ਦਾ ਹੋਇਆ, ਜਿਹੜੇ ਤੇਰੇ ਕਰਮਾਂ ਦਾ ਹੋਇਆ, ਤੈਨੂੰ ਮਿਲ ਜਾਣਾ। ਇੱਦਾਂ ਕਿਸੇ ਦੇ ਵਿਗਾੜਨ ਦੇ ਨਾਲ ਕੋਈ ਵੀ ਤੇਰੇ ਕਰਮਾਂ ਦਾ ਖੋਹ ਕੇ ਨਹੀਂ ਲੈ ਕੇ ਜਾ ਸਕਦਾ। ਜਿਹੜਾ ਵਿਗੜ ਗਿਆ ਸੋ ਵਿਗੜ ਗਿਆ, ਉਹਨੂੰ ਇਸ ਤਰ੍ਹਾਂ ਸਮਝੋ ਵੀ ਉਹ ਤੇਰੇ ਕਰਮਾਂ ਦਾ ਨਹੀਂ ਸੀ। ਪਰ ਕਿਸਾਨ ਕਿੱਥੇ ਗੱਲ ਸੁਣਨ ਨੂੰ ਤਿਆਰ ਹੁੰਦਾ, ਪੂਰੇ ਰੋਹ ਦੇ ਵਿੱਚ ਹੈ, ਪੂਰੇ ਗੁੱਸੇ ਦੇ ਵਿੱਚ ਹੈ। ਇੱਥੋਂ ਤੱਕ ਪ੍ਰਸੰਗ ਅਸੀਂ ਕੱਲ੍ਹ ਸਰਵਣ ਕਰ ਚੁੱਕੇ ਹਾਂ। ਆਓ ਕਿਰਾਏ ਬੁਲਾਰ ਦੀ ਕਚਹਿਰੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਿਵੇਂ ਪੇਸ਼ ਕੀਤਾ ਜਾਂਦਾ, ਕੀ ਵਾਰਤਾਲਾਪ ਰਾਏ ਬੁਲਾਰ ਦੇ ਨਾਲ ਹੁੰਦੀ ਹੈ, ਉਸ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਦਿਆਂ ਹੋਇਆਂ, ਸਾਹਿਬਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਚਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜੋ ਨਿਜ ਭਾਗ ਸਵਰਣੀ ਹੋਈ, ਤਿਹ ਨਾ ਵਿਗਾੜ ਸਕੇ ਕੋਈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਕਿਸਾਨ ਨੂੰ, ਜਿਹਨੂੰ ਇੰਝ ਪ੍ਰਤੀਤ ਹੁੰਦਾ ਸੀ ਵੀ ਮੇਰਾ ਖੇਤ ਸਾਰਾ ਉਜਾੜ ਦਿੱਤਾ, ਸਾਰੀ ਫਸਲ ਦਾ ਨਾਸ ਹੋ ਗਿਆ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨੂੰ ਸਮਝਾਉਂਦੇ ਨੇ ਵੀ ਭਾਈ ਜਿਹੜਾ ਤੇਰੇ ਨਿੱਜੀ ਭਾਗਾਂ ਦੇ ਵਿੱਚ ਹੈ ਨਾ, ਜਿਹੜੀ ਤੇਰੇ ਨਿੱਜੀ ਭਾਗਾਂ ਦੀ ਹੈ, ਜਿਹੜੀ ਤੇਰੇ ਅਸਲ ਕਰਮਾਂ ਦੀ ਚੀਜ਼ ਹੈ ਨਾ, ਉਹਨੂੰ ਕੋਈ ਵੀ ਵਿਗਾੜ ਨਹੀਂ ਸਕਦਾ। ਕਿਸੇ ਦੇ ਵਿੱਚ ਤਾਕਤ ਨਹੀਂ ਵੀ ਉਹ ਤੇਰੇ ਕਰਮਾਂ ਦੀ ਜਿਹੜੀ ਪ੍ਰਾਪਤ ਕਰਨ ਵਾਲੀ ਚੀਜ਼ ਹੈ, ਜਿਹੜੇ ਤੇਰੇ ਹਿੱਸੇ ਆਉਂਦੀ ਚੀਜ਼ ਹੈ, ਕੋਈ ਉਸ ਨੂੰ ਖੋਹ ਸਕੇ, ਕੋਈ ਉਸ ਨੂੰ ਵਿਗਾੜ ਸਕੇ। ਜਗਤ ਨਾਟ ਕੇ ਹੈ ਸਬਰ ਹਾਥਾ, ਸੁਣਿਆ ਨਾ ਕਾਹੂ ਦੁਤਿਆ ਕੀ ਗਾਥਾ। ਫਿਰ ਪਾਤਸ਼ਾਹ ਜੀ ਉਹਨੂੰ ਸਮਝਾਉਣਾ ਕਰਦੇ ਨੇ ਕਿ ਇਹ ਸਾਰਾ ਕੁਝ ਜਗਤ ਦੇ ਆਸਰੇ, ਜਗਤ ਦੇ ਮਾਲਕ ਪ੍ਰਭੂ ਦੇ ਹੱਥ ਦੇ ਵਿੱਚ ਹੈ। ਕਹਿੰਦੇ ਦੂਸਰੇ ਦੀ ਕਹਾਣੀ ਨਾ ਕੋਈ ਸੁਣਦਾ ਹੈ, ਸੁਣੇ ਨਾ ਕਹੂੰ ਦੁਤਿਆ ਕੀ ਗਾਥਾ, ਤੇ ਨਾ ਹੀ ਕੋਈ ਕਹਿੰਦਾ ਹੈ। ਤੇ ਸਾਰਾ ਕੁਝ ਉਸ ਦੇ ਹੱਥ ਹੈ, ਸਾਰਾ ਕੁਝ ਉਸ ਦੇ ਨਿਯਮ ਦੇ ਵਿੱਚ, ਸਾਰਾ ਕੁਝ ਹੀ ਉਸ ਦੇ ਹੁਕਮ ਦੇ ਵਿੱਚ ਹੁੰਦਾ ਹੈ। ਤਜੋ ਤੇਨ ਅਸ ਵਿਦ ਜੀ ਜਾਨੀ, ਬੀਤੀ ਕੀ ਨਾ ਵੇ ਥਾਰ ਕਹਾਣੀ। ਕਹਿੰਦੇ ਇਸੇ ਕਰਕੇ ਤੂੰ ਜਿਹੜੀਆਂ ਇਹਨਾਂ ਗਾਵਾਂ ਮੱਝਾਂ ਨੇ ਤੇਰੀ ਫਸਲ ਦਾ ਨੁਕਸਾਨ ਕੀਤਾ ਨਾ, ਕਹਿੰਦੇ ਜਿਹੜੀ ਕਹਾਣੀ ਬੀਤ ਗਈ ਹੈ ਨਾ,
ਹੁਣ ਉਹਨੂੰ ਫਰੋਲਣ ਦਾ ਕੋਈ ਫਾਇਦਾ ਨਹੀਂ। ਇਹ ਤੂੰ ਇਸ ਤਰ੍ਹਾਂ ਸਮਝ ਵੀ ਇਹ ਤੇਰੇ ਕਰਮਾਂ ਦਾ ਫਲ ਨਹੀਂ ਸੀ, ਇਹ ਤੇਰੇ ਕਰਮਾਂ ਦੇ ਤੇਰੇ ਹਿੱਸੇਦਾਰੀ ਨਹੀਂ ਸੀ। ਤੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਇਸ ਗੱਲ ਨੂੰ ਹੁਣ ਬਾਰ-ਬਾਰ ਨਾ ਫਰੋਲ। ਸੁਣੇ ਨਾ ਬਚ ਬਾਰਹਿ ਬਹੁ ਤੇਰਾ, ਜੇ ਕ੍ਰਿਸ਼ ਕੋ ਪਾਸ਼ੋਕ ਕਨੇਰਾ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਸਮਝਾਉਂਦੇ ਨੇ ਨਾ, ਕਿਸਾਨ ਦੇ ਵਿੱਚ ਗੁੱਸਾ ਇੰਨਾ ਕੁ ਵੱਧ ਚੁੱਕਾ ਹੈ ਕਿ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਲ ਸੁਣਨ ਦੇ ਲਈ ਵੀ ਤਿਆਰ ਨਹੀਂ, ਉਹਨਾਂ ਦੀ ਗੱਲ ਨੂੰ ਸੁਣਦਾ ਹੀ ਨਹੀਂ। ਉਹ ਆਪਣਾ ਹੀ ਰਟਨ ਲਗਾਈ ਬੈਠਾ ਵੀ ਭਾਈ ਜਿਹੜਾ ਉਜਾੜਾ ਕੀਤਾ ਹੈ ਨਾ ਫਸਲ ਦਾ, ਇਹਨੂੰ ਭਰਨਾ ਪਊਗਾ, ਇਹਦੀ ਭਰਪਾਈ ਭਰ, ਮੈਂ ਬਹੁਤ ਮਿਹਨਤ ਕੀਤੀ ਸੀ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕਿੱਥੇ ਉਹ ਗੱਲ ਸੁਣਦਾ, ਕਿਉਂਕਿ ਉਹਨੂੰ ਜਿਹੜਾ ਫਸਲ ਦਾ ਉਜਾੜਾ ਹੋਇਆ ਨਾ, ਉਸ ਦਾ ਮਨ ਦੇ ਵਿੱਚ ਗੁੱਸਾ ਬਹੁਤ ਹੈ। ਇਸ ਕਰਕੇ ਉਹ ਗੁਰੂ ਸਾਹਿਬ ਜੀ ਦੀ ਕੋਈ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੁੰਦਾ। ਚੋਪਈ ਝਗਰਤ ਝਗਰਤ ਪਹੁੰਚੇ ਤਹਿਵਾ, ਰਾਏ ਬੁਲਾਰੂ ਬੈਠਿਓ ਜਹਵਾ। ਕਹਿੰਦੇ ਦੋਨਾਂ ਦੇ ਵਿਚਕਾਰ ਹੁਣ ਕਿਸਾਨ ਤਾਂ ਝਗੜਾ ਕਰ ਰਿਹਾ, ਪਰ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ। ਫਿਰ ਕਹਿੰਦੇ ਇਸੇ ਤਰ੍ਹਾਂ ਵਿਚਾਰ ਚਰਚਾ ਹੁੰਦੀ ਜਾਂਦੀ ਹੈ। ਰਾਏ ਬੁਲਾਰ ਦੇ ਕੋਲ ਪਹੁੰਚਦੇ ਨੇ। ਕਿਸਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਥਾਂ ਦੇ ਉੱਤੇ ਲੈ ਜਾਂਦਾ ਜਿੱਥੇ ਰਾਏ ਬੁਲਾਰ ਬੈਠਾ ਹੋਇਆ, ਤੇ ਰਾਏ ਬੁਲਾਰ ਦੇ ਕੋਲ ਜਾ ਕੇ ਫਿਰ ਉਹਨ ਕਿਸਾਨ ਫਰਿਆਦ ਕਰਦਾ ਹੈ, ਰਾਹਕ ਉੱਚੇ ਕੀਨ ਪੁਕਾਰੀ, ਮੋਹੇ ਖੇਤ ਸਭ ਦੀਨ ਉਜਾਰੀ। ਇਸੇ ਤਰ੍ਹਾਂ ਕਹਿੰਦੇ ਜਦੋਂ ਰਾਏ ਬੁਲਾਰ ਨੂੰ ਬੈਠਿਆਂ ਦੇਖਦੇ ਨੇ ਨਾ ਕਿਸਾਨ, ਤਾਂ ਕਿਸਾਨ ਉਸੇ ਥਾਂ ਦੇ ਉੱਤੋਂ ਜਿੱਥੋਂ ਦੇਖ ਲੈਂਦਾ ਰਾਏ ਬੁਲਾਰ ਨੂੰ, ਉਸੇ ਥਾਂ ਤੋਂ ਉਸੇ ਜਗ੍ਹਾ ਤੋਂ ਉੱਚੀ ਉੱਚੀ ਹੁੱਕਾਂ ਮਾਰਨ ਲੱਗ ਪੈਂਦਾ, ਉੱਚੀ ਉੱਚੀ ਬੋਲਦਾ ਵੀ ਭਾਈ ਮੇਰਾ ਨੁਕਸਾਨ ਹੋ ਗਿਆ, ਮੇਰਾ ਕੁਛ ਵੀ ਨਹੀਂ ਬਚਿਆ, ਸਾਰਾ ਉਜਾੜਾ ਹੋ ਗਿਆ, ਸਾਰਾ ਤੈਸ ਨੈਸ ਹੋ ਗਿਆ, ਮੇਰੇ ਖੇਤ ਦਾ ਉਜਾੜਾ ਕਰ ਦਿੱਤਾ ਹੈ। ਮੋਹੇ ਖੇਤ ਸਭ ਦੀਨ ਉਜਾਰੀ, ਕਿ ਇਹ ਜਿਹੜਾ ਮੇਰੇ ਨਾਲ ਤੁਰਿਆ ਆਉਂਦਾ ਹੈ ਨਾ, ਇਹਨੇ ਮੇਰਾ ਸਾਰੇ ਖੇਤ ਦਾ ਉਜਾੜਾ ਕਰ ਦਿੱਤਾ ਹੈ। ਧੀਰਗ ਭੋਗੋ ਤੁਮ ਸੋ ਮੇਰੇ, ਖਾਈ ਮਹਿਖਣ ਆਜ ਸਵੇਰੇ। ਕਹਿੰਦੇ ਇੱਕ ਕਣਕ ਦਾ ਲੰਬਾ ਚੌੜਾ ਖੇਤ ਸੀ, ਜਿਹੜੀ ਮੈਂ ਚੰਗੇ ਤਰੀਕੇ ਦੇ ਨਾਲ ਫਸਲ ਪਾਲੀ ਸੀ, ਉੱਥੇ ਕਣਕ ਬੀਜੀ ਹੋਈ ਸੀ ਖੇਤ ਦੇ ਵਿੱਚ। ਉਹ ਸਾਰੀ ਕਣਕ ਦੀ ਫਸਲ ਜਿਹੜੀਆਂ ਇਹਦੀਆਂ ਗਾਵਾਂ ਮੱਝਾਂ ਇਹ ਚਰਾਉਣ ਵਾਸਤੇ ਲੈ ਕੇ ਆਇਆ ਸੀ ਨਾ, ਇਹਨਾਂ ਗਾਵਾਂ ਮੱਝਾਂ ਨੇ ਕਣਕ ਦੀ ਸਾਰੀ ਫਸਲ ਤੈਸ਼ ਨੈਸ਼ ਕਰਤੀ। ਉਹ ਸਾਰੀ ਦੀ ਸਾਰੀ ਫਸਲ ਹੀ ਖਾ ਗਈਆਂ ਨੇ ਅੱਜ ਸਵੇਰੇ। ਖਾਏ ਮਹਿਖਣ, ਮਹਿਖਣ ਦਾ ਭਾਵ ਹੈ ਮੱਝਾਂ, ਤੇ ਆਜ ਸਵੇਰੇ, ਤੇ ਅੱਜ ਸਵੇਰੇ ਇਹਨਾਂ ਮੱਝਾਂ ਨੇ ਮੇਰੇ ਜਿਹੜੇ ਖੇਤ ਦੀ ਫਸਲ ਸੀ ਉਹ ਸਾਰੀ ਖਾ ਲਈ ਹੈ। ਤਾਤ ਤਾਹੇ ਜੋ ਤਬ ਪਟਵਾਰੀ, ਕਰਤ ਹਕੂਮਤ ਸੁਰਤ ਵਿਸਾਰੀ। ਤਾਤ ਦਾ ਭਾਵ ਹੈ ਪਿਤਾ। ਕਹਿੰਦੇ ਇਹ ਜਿਹੜਾ ਬਾਲਕ ਮੇਰੇ ਨਾਲ ਆਇਆ ਨਾ, ਜਿਹਨੂੰ ਮੈਂ ਫੜ ਕੇ ਲੈ ਕੇ ਆਇਆ, ਜਿਹਨੇ ਮੇਰੇ ਖੇਤ ਦਾ ਨੁਕਸਾਨ ਕੀਤਾ, ਤੇ ਇਸ ਬਾਲਕ ਦਾ ਪਿਤਾ ਤੁਹਾਡੇ ਅੰਡਰ ਕੰਮ ਕਰ ਰਿਹਾ, ਤੁਹਾਡੇ ਅਧੀਨ ਕੰਮ ਕਰ ਰਿਹਾ, ਤੇ ਪਟਵਾਰੀ ਹੈ। ਤੇ ਕਹਿੰਦੇ ਇਸ ਤਰ੍ਹਾਂ ਦੇਖੋ, ਤੇ ਕਰਤ ਹਕੂਮਤ, ਕਹਿੰਦੇ ਇਹ ਵੀ ਹਕੂਮਤ ਕਰਦਾ ਬੇਸਮਝੀ ਦੇ ਨਾਲ, ਕੋਈ ਇਹਨੂੰ ਸਮਝ ਨਹੀਂ, ਬੇਸਮਝੀ ਦੇ ਵੱਸ ਪੈ ਕੇ ਹਕੂਮਤ ਕਰ ਰਿਹਾ ਹੈ। ਤੇ ਹੁਣ ਕਿਸਾਨ ਨੂੰ ਤਾਂ ਇੰਝ ਹੀ ਲੱਗ ਰਿਹਾ ਨਾ ਵੀ ਧੱਕਾ ਹੋ ਗਿਆ। ਕਿਸਾਨ ਨੂੰ ਇਹ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਵੀ ਸੋਚੀ ਬੈਠਾ ਕਿ ਕਿਤੇ ਆਪਣੇ ਪਿਓ ਦੇ ਅਹੁਦੇ ਦਾ ਹੰਕਾਰ ਇਸ ਬੱਚੇ ਦੇ ਵਿੱਚ ਵੀ ਆ ਗਿਆ। ਆਮ ਤੌਰ ਦੇ ਉੱਤੇ ਦੇਖਿਆ ਜਾਵੇ ਨਾ, ਜਿਹੜੇ ਦੁਨਿਆਵੀ ਲੋਕ ਨੇ, ਦੁਨੀਆ ਦੇ ਵਿੱਚ ਜ਼ਿਆਦਾ ਵਿਚਰਦੇ ਨੇ, ਪਿਓ ਮੰਤਰੀ ਹੋਵੇ ਤਾਂ ਉਹਦੀ ਸਿਕਿਉਰਿਟੀ ਦੇ ਉੱਤੇ ਉਹਦੇ ਧੀਆਂ ਪੁੱਤ ਐਸ਼ ਕਰਦੇ ਨੇ। ਕਿਤੇ ਕੋਈ ਇਹੋ ਜਿਹਾ ਮਸਲਾ ਹੋਵੇ ਚਾਹੇ ਨਾ ਹੋਵੇ, ਪਰ ਉਹ ਸਿਕਿਉਰਿਟੀ ਆਪਣੇ ਨਾਲ ਰੱਖਦੇ ਨੇ, ਦਬਦਬਾ ਬਣਾਉਣਾ ਚਾਹੁੰਦੇ ਨੇ। ਤੇ ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਤਾਂ ਇਹੋ ਜਿਹਾ ਕੁਝ ਵੀ ਨਹੀਂ, ਨਾ ਹੀ ਕਦੇ ਪਿਤਾ ਦੇ ਅਹੁਦੇ ਦਾ ਹੰਕਾਰ ਕੀਤਾ। ਜੇਕਰ ਇਹੋ ਜਿਹਾ ਹੁੰਦਾ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਜੀਵਨ ਦੇ ਵਿੱਚ ਕਦੇ ਵੀ ਮੋਦੀਖਾਨੇ ਕਾਰ ਨਾ ਕਰਦੇ, ਕਦੇ ਵੀ ਹੱਟੀ ਦੇ ਉੱਤੇ ਜਾ ਕੇ ਕੰਮ ਨਾ ਕਰਦੇ। ਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨਾਲ ਦੁਨਿਆਵੀ ਅਹੁਦਿਆਂ ਦਾ ਕੋਈ ਹੰਕਾਰ ਨਹੀਂ। ਪਿਤਾ ਦਾ ਹੁਕਮ ਮੰਨਿਆ ਤਾਂ ਮੱਝਾਂ ਚਰਾਉਣ ਗਏ, ਤੇ ਕਿਸਾਨ ਜਦੋਂ ਦੇਖਦਾ ਰਾਏ ਬੁਲਾਰ ਦੇ ਕੋਲ ਪਹੁੰਚਦਾ ਨਾ, ਤਾਂ ਜਾ ਕੇ ਫਿਰ ਇਹੀ ਗੱਲ ਆਖਦਾ ਵੀ ਤੁਹਾਡੇ ਅੰਡਰ ਕੰਮ ਕਰ ਰਹੇ। ਤੇ ਦੇਖੋ ਤੁਹਾਡੀ ਹਕੂਮਤ ਦੇ ਅਨੁਸਾਰ ਤੁਹਾਡੇ ਜਿਹੜੇ ਅੰਡਰ ਕੰਮ ਕਰਦੇ ਨੇ ਪਟਵਾਰੀ ਨੇ, ਉਹਦਾ ਪੁੱਤਰ ਹੋਣ ਦੇ ਨਾਤੇ ਇਹਨੇ ਹਕੂਮਤ ਕੀਤੀ, ਵਧੀਕੀ ਕੀਤੀ, ਮੇਰਾ ਸਾਰਾ ਖੇਤ ਜਿਹੜਾ ਉਜਾੜ ਕੇ ਰੱਖ ਦਿੱਤਾ।
ਕਰੋ ਤਪਾਵਸ ਭੂਪਤ ਮੇਰੋ, ਨਾ ਤੁਰ ਉਜਰੇ ਨਗਰ ਸੋ ਤੇਰੋ। ਭੂਪਤ ਦਾ ਭਾਵ ਹੁੰਦਾ ਰਾਜਾ, ਤੇ ਕਿਸਾਨ ਆਖਦਾ ਕਿ ਹੇ ਮੇਰੇ ਰਾਜਨ, ਹੇ ਇਸ ਤਲਵੰਡੀ ਨਗਰ ਦੇ ਬਾਦਸ਼ਾਹ, ਹੇ ਰਾਜੇ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ, ਮੈਨੂੰ ਨਿਆਂ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਹ ਮੇਰੀ ਫਸਲ ਦੀ ਭਰਪਾਈ ਹੋਣੀ ਚਾਹੀਦੀ ਕਿਸੇ ਨਾ ਕਿਸੇ ਤਰ੍ਹਾਂ, ਨਹੀਂ ਤਾਂ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ, ਮੈਂ ਝੱਲ ਨਹੀਂ ਸਕਦਾ। ਰਾਜੇ ਦੀ ਸ਼ਰਨ ਦੇ ਵਿੱਚ ਆਉਂਦਾ ਤੇ ਨਾਲ ਹੀ ਨਾਲ ਰਾਜੇ ਨੂੰ ਇਹ ਵੀ ਤਾਨਾ ਮਾਰ ਦਿੰਦਾ ਵੀ ਜੇਕਰ ਤੂੰ ਅੱਜ ਇਸ ਨੂੰ ਨਾ ਰੋਕਿਆ ਨਾ, ਜੇਕਰ ਇਸ ਕੰਮ ਵੱਲ ਨਾ ਨੱਥ ਪਾਈ ਗਈ, ਤਾਂ ਕਹਿੰਦਾ ਤੇਰਾ ਸਾਰਾ ਜਿਹੜਾ ਨਗਰ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ ਉਜਾੜ ਕੇ ਰੱਖ ਦੇਵੇਗਾ। ਅੱਜ ਤਾਂ ਮੇਰਾ ਖੇਤ ਫਸਲ ਦਾ ਉਜਾੜਿਆ, ਕੱਲ ਨੂੰ ਕਿਸੇ ਹੋਰ ਦਾ ਉਜਾੜੇਗਾ। ਇਸੇ ਤਰ੍ਹਾਂ ਕਹਿੰਦੇ ਤੇਰੇ ਸਾਰੇ ਨਗਰ ਦਾ ਉਜਾੜਾ ਜਿਹੜਾ ਹੈ ਉਹ ਇਸ ਤਰ੍ਹਾਂ ਹੋ ਜਾਵੇਗਾ। ਦਿਨ ਪ੍ਰਤ ਅਸਵਿਦ ਜੇ ਕ੍ਰਿਸ ਉਜਰੈ, ਰਾਹਕ ਕੈਸ ਬਸਾਸਤ ਗੁਜਰੈ। ਤੇ ਕਹਿੰਦੇ ਜੇ ਇਸ ਤਰ੍ਹਾਂ ਰੋਜ਼ਾਨਾ ਹੀ ਕਿਸੇ ਨਾ ਕਿਸੇ ਦਾ ਖੇਤ ਦਾ ਉਜਾੜਾ ਹੁੰਦਾ ਰਿਹਾ, ਤਾਂ ਜਿਹੜੇ ਕਿਸਾਨ ਨੇ ਜਿਨ੍ਹਾਂ ਦੀ ਰੋਜੀ ਰੋਟੀ ਇਸ ਫਸਲ ਦੇ ਉੱਤੇ ਉਹ ਚੱਲਦੀ ਹੈ, ਹਾੜੀ ਸੋਣੀ ਦੇ ਉੱਤੇ ਨਿਰਭਰ ਨੇ, ਹਾੜੀ ਸੋਣੀ ਦੀ ਫਸਲ ਦੇ ਨਾਲ ਘਰ ਦਾ ਗੁਜ਼ਾਰਾ ਕਰਦੇ ਨੇ, ਤੇ ਕਹਿੰਦੇ ਜੇਕਰ ਰੋਜ਼ਾਨਾ ਉਹਨਾਂ ਦੀਆਂ ਫਸਲਾਂ ਦਾ ਨਾਸ ਹੁੰਦਾ ਰਿਹਾ, ਫਸਲਾਂ ਦਾ ਨੁਕਸਾਨ ਚੱਲਦੇ ਰਹੇ, ਤਾਂ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਨਿਰਵਾਹ ਹੋਵੇਗਾ। ਤੇ ਉਹ ਕਿਸਾਨ ਰਾਏ ਬੁਲਾਰ ਦੀ ਸ਼ਰਨ ਦੇ ਵਿੱਚ ਜਾ ਕੇ ਰਾਏ ਬੁਲਾਰ ਦੇ ਅੱਗੇ ਖਲੋ ਕੇ ਉਹਨੂੰ ਇਹ ਸਾਰਾ ਕੁਝ ਸਵਾਲ ਕਰਦਾ ਤੇ ਨਾਲ ਨਾਲ ਇਨਸਾਫ ਦੀ ਮੰਗ ਕਰਦਾ ਹੈ। ਸੁਣਤ ਰਾਏ ਔਰ ਰਿਸ ਪਰ ਸਰੁਖਾ, ਹੀਰਤ ਬੋਲਿਓ ਮੁਖ ਤੇ ਪਰੁਖਾ। ਜਦੋਂ ਰਾਏ ਬੁਲਾਰ ਨੇ ਇਹ ਦੇਖਿਆ, ਹੁਣ ਜੇਕਰ ਕੋਈ ਰਾਜਾ ਹੋਵੇ ਨਾ, ਰਾਜਾ ਦਾ ਕੰਮ ਹੁੰਦਾ ਵੀ ਪ੍ਰਜਾ ਨੂੰ ਖੁਸ਼ ਰੱਖਣਾ। ਜੇਕਰ ਹੁਣ ਪ੍ਰਜਾ ਹੀ ਖੁਸ਼ ਨਹੀਂ, ਤਾਂ ਉਹਨੂੰ ਪਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਰਾਜ ਭਗ ਜਾਂਦਾ ਰਹੇਗਾ, ਇਸ ਪ੍ਰਜਾ ਨੇ ਹੀ ਇਹ ਤਖਤਾ ਪਲਟਾ ਦੇਣਾ। ਹੁਣ ਰਾਏ ਬੁਲਾਰ ਦੇ ਕੋਲ ਕੋਈ ਸ਼ਿਕਾਇਤ ਲੈ ਕੇ ਗਿਆ, ਵੀ ਦੇਖਿਆ ਵੀ ਭਾਈ ਗੱਲ ਤਾਂ ਇਹ ਸਹੀ ਕਹਿ ਰਿਹਾ, ਵੀ ਅੱਜ ਜੇਕਰ ਇੱਕ ਖੇਤ ਦਾ ਉਜਾੜਾ ਹੋਇਆ, ਕੱਲ ਨੂੰ 10 ਦਾ ਉਜਾੜਾ ਹੋਏਗਾ, ਫਿਰ 100 ਖੇਤ ਦਾ ਉਜਾੜਾ ਹੋਵੇਗਾ, ਹੌਲੀ ਹੌਲੀ ਸਾਰੇ ਖੇਤ ਖਤਮ ਹੋ ਜਾਣਗੇ, ਨਗਰ ਦੇ ਵਿੱਚ ਕਾਲ ਪੈ ਜਾਵੇਗਾ, ਰੋਟੀ ਟੁੱਕ ਕਿਸ ਤਰ੍ਹਾਂ ਚੱਲੇਗਾ। ਜਿਹੜੇ ਇਸ ਫਸਲ ਦੇ ਉੱਤੇ ਨਿਰਭਰ ਹੁੰਦੇ ਨੇ, ਉਹਨਾਂ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ। ਰਾਏ ਬੁਲਾਰ ਨੇ ਜਦੋਂ ਕਿਸਾਨ ਦੇ ਕੋਲੋਂ ਉਸ ਦੇ ਦੁੱਖ ਭਰੀ ਦਾਸਤਾਨ ਸੁਣੀ ਨਾ, ਰਾਏ ਬੁਲਾਰ ਵੀ ਮਨ ਦੇ ਵਿੱਚ ਕ੍ਰੋਧ ਪੈਦਾ ਹੋ ਗਿਆ, ਥੋੜਾ ਗੁੱਸੇ ਵਿੱਚ ਆ ਗਿਆ, ਰੋਹ ਦੇ ਵਿੱਚ ਆ ਗਿਆ। ਹੀਰਤ ਬੋਲਿਓ ਮੁਖ ਤੇ ਪਰਖਾ, ਉਸ ਮਨੁੱਖ ਵੱਲ ਵੇਖ ਕੇ ਫਿਰ ਬੜੇ ਕਠੋਰ ਸ਼ਬਦਾਂ ਦੇ ਵਿੱਚ ਬੋਲਿਆ। ਸਭ ਕੋ ਡਰ ਉਰ ਦੀਨ ਨਿਵਾਰੇ, ਚਾਰਤ ਖੇਤੀ ਸਿਸਮਤ ਵਾਰੇ। ਦੀਨ ਦਾ ਭਾਵ ਹੁੰਦਾ ਹੈ ਗਰੀਬ, ਵੀ ਜਿਹੜੇ ਕਹਿੰਦੇ ਗਰੀਬਾਂ ਦਾ ਦੁੱਖ ਦੂਰ ਕਰਨ ਵਾਲੇ ਨੇ, ਗਰੀਬੀ ਨੂੰ ਦੂਰ ਕਰਨ ਵਾਲੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਕਹਿੰਦੇ ਉਹਨਾਂ ਤੋਂ ਸਾਰੇ ਦਿਲ ਦੇ ਵਿੱਚ ਅਸਲ ਦੇ ਵਿੱਚ ਮਨ ਕਰਕੇ ਡਰਦੇ ਵੀ ਨੇ, ਵੀ ਕਿਉਂ ਕਿਸ ਤਰ੍ਹਾਂ ਇਹਨਾਂ ਨੂੰ ਉੱਚਾ ਬੋਲਿਆ ਜਾਵੇ, ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਗਰ ਦੇ ਵਿੱਚ ਜੋ ਜੋ ਕੌਤਕ ਵਰਤਾਏ ਸਨ ਨਾ, ਰਾਏ ਬੁਲਾਰ ਚੰਗੀ ਤਰ੍ਹਾਂ ਜਾਣੂ ਹੈ ਵੀ ਇਹ ਕੋਈ ਆਮ ਇਨਸਾਨ ਨਹੀਂ, ਇਹ ਕੋਈ ਆਮ ਬਾਲਕ ਨਹੀਂ ਹੈ, ਇਹ ਤਾਂ ਧੁਰ ਦਰਗਾਹ ਤੋਂ ਆਇਆ ਹੋਇਆ ਉਸ ਖੁਦਾ ਦਾ ਰੂਪ ਹੈ। ਹੁਣ ਰਾਏ ਬੁਲਾਰ ਦਾ ਮਨ ਤਾਂ ਨਹੀਂ ਕਰ ਰਿਹਾ ਵੀ ਇਸ ਨੂੰ ਝਿੜਕਾਂ, ਵੀ ਕਿਸੇ ਤਰ੍ਹਾਂ ਇਹਨੂੰ ਖਿਜਾਂ, ਤੇ ਪਰ ਰਾਏ ਬੁਲਾਰ ਹੁਣ ਉਸ ਦੀ ਪੇਸ਼ ਨਹੀਂ ਚੱਲ ਰਹੀ। ਜੇ ਕਿਸਾਨ ਦਾ ਪੱਖ ਨਹੀਂ ਪੂਰਦਾ, ਕਿਸਾਨ ਦੀ ਗੱਲ ਨਹੀਂ ਸੁਣੇਗਾ, ਤਾਂ ਕਿਸਾਨ ਨੂੰ ਫਿਰ ਨਗਰ ਦੇ ਵਿੱਚ ਇਹ ਵੀ ਰੌਲਾ ਪੈ ਜਾਵੇਗਾ ਨਾ, ਵੀ ਦੇਖ ਭਾਈ ਜਿਹੜੇ ਆਪਣੇ ਬੰਦੇ ਨੇ ਚੰਗਾ ਮੰਦਾ ਨਹੀਂ ਦੇਖਦੇ, ਆਪਣੇ ਬੰਦਿਆਂ ਦਾ ਪੱਖ ਪੂਰਦੇ ਨੇ। ਆਮ ਤੌਰ ਦੇ ਉੱਤੇ ਇਹੋ ਕੁਝ ਹੀ ਹੁੰਦਾ ਨਾ, ਚਾਹੇ ਕੋਈ ਗਲਤ ਇਨਸਾਨ ਵੀ ਹੋਵੇ, ਜੇਕਰ ਕੋਈ ਉੱਚੇ ਅਹੁਦੇ ਤੇ ਹੈ ਨਾ, ਉਹ ਆਪਣੇ ਸਕੇ ਸੰਬੰਧੀਆਂ ਦਾ ਜ਼ਿਆਦਾ ਖਿਆਲ ਰੱਖਦਾ, ਚਾਹੇ ਜਿੰਨਾ ਵੀ ਗਲਤ ਕਿਉਂ ਨਾ ਹੋਵੇ, ਉਹ ਕਿਸੇ ਨਾ ਕਿਸੇ ਤਰੀਕੇ ਉਹ ਆਪਣਿਆਂ ਦੇ ਉੱਤੇ ਆਂਚ ਨਹੀਂ ਆਣ ਦਿੰਦਾ। ਤੇ ਰਾਏ ਬੁਲਾਰ ਦੇ ਪ੍ਰਤੀ ਵੀ ਇਹੋ ਜਿਹੇ ਖਿਆਲ ਪੈਦਾ ਹੋ ਸਕਦੇ ਸੀ, ਤੇ ਇਸੇ ਕਰਕੇ ਫਿਰ ਹੁਣ ਉਹਦੀ ਪੇਸ਼ ਨਹੀਂ ਚੱਲ ਰਹੀ, ਤੇ ਉਹ ਗੁੱਸੇ ਦੇ ਵਿੱਚ ਤਾਂ ਹੈ, ਪਰ ਉਸ ਦਾ ਮਨ ਤਾਂ ਨਹੀਂ ਕਰ ਰਿਹਾ ਵੀ ਇਹ ਬੱਚੇ ਨੂੰ ਖਿਜਿਆ ਜਾਵੇ। ਫਿਰ ਕਹਿੰਦਾ ਚਰਤ ਖੇਤੀ ਸਿਸਮਤ ਵਾਰੇ, ਕਿ ਇਸ ਮਸਤ ਬੱਚੇ ਨੇ ਖੇਤੀ ਚਾਰੀ ਹੈ। ਸਵਾਲ ਕਰਦਾ ਵੀ ਇਹ ਜਿਹੜਾ ਬਾਲਕ ਤੂੰ ਫੜ ਕੇ ਲੈ ਕੇ ਆਇਆ, ਕਿ ਤੈਨੂੰ ਪੱਕਾ ਭਰੋਸਾ ਵੀ ਇਸ ਬਾਲਕ ਨੇ ਹੀ ਤੇਰੇ ਖੇਤ ਨੂੰ ਚਾਰਿਆ ਹੈ, ਇਹੀ ਗਾਵਾਂ ਮੱਝਾਂ ਲੈ ਕੇ ਗਿਆ ਸੀ, ਇਹੀ ਉਹਨਾਂ ਗਾਵਾਂ ਮੱਝਾਂ ਦਾ ਜਿਹੜਾ ਸੀ ਰਖਵਾਲਾ ਸੀ, ਇਹਨੇ ਗਾਵਾਂ ਮੱਝਾਂ ਤੇਰੇ ਖੇਤ ਦੇ ਵਿੱਚ ਬਾੜੀਆਂ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ
ਰਾਏ ਬੁਲਾਰ ਕਿਸਾਨ ਦੇ ਕੋਲੋਂ ਪੁੱਛਦਾ ਹੈ, ਪੁਨ ਪ੍ਰਿਤ ਜਨ ਸੰਗ ਬਚਨ ਬਖਾਨਾ, ਅਗਰਜ ਇਹ ਬਾਰਕ ਮਸਤਾਨਾ। ਤੇ ਕਹਿੰਦੇ ਫਿਰ ਬਾਅਦ ਵਿੱਚ ਨੌਕਰ ਨੂੰ ਕਿਹਾ ਗਿਆ, ਜਿਹੜਾ ਰਾਏ ਬੁਲਾਰ ਦਾ ਨੌਕਰ ਸੀ ਨਾ, ਰਾਏ ਬੁਲਾਰ ਨੇ ਆਪਣੇ ਇੱਕ ਨੌਕਰ ਨੂੰ ਬੁਲਾਇਆ ਤੇ ਫਿਰ ਨੌਕਰ ਨੂੰ ਕਿਹਾ, ਕਹਿੰਦੇ ਇਹ ਤਾਂ ਛੋਟਾ ਬਾਲਕ ਹੈ, ਇਹਨੂੰ ਅਸੀਂ ਕਿਸ ਤਰ੍ਹਾਂ ਸਜ਼ਾ ਦੇ ਸਕਦੇ ਹਾਂ, ਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਅਗਰਜ ਇਹ ਬਾਲਕ ਮਸਤਾਨਾ, ਕਹਿੰਦੇ ਬਾਲਕ ਮਸਤਾਨਾ ਹੈ, ਨੌਕਰ ਨੂੰ ਬੁਲਾਇਆ ਗਿਆ ਵੀ ਇਹ ਬਾਲਕ ਮਸਤਾਨਾ, ਇਹਨੂੰ ਆਪਾਂ ਸਜ਼ਾ ਨਹੀਂ ਦੇ ਸਕਦੇ। ਤੂੰ ਕਾਲੂ ਕੋ ਲਾਇਓ ਬੁਲਾਈ, ਭਰੇ ਉਜਾਰਾ ਜਿਨ ਉਜਰਾਈ। ਤੇ ਆਪਣੇ ਫਿਰ ਨੌਕਰ ਨੂੰ ਰਾਏ ਬੁਲਾਰ ਨੇ ਹੁਕਮ ਕੀਤਾ, ਨੌਕਰ ਜਾ ਕੇ ਮਹਿਤਾ ਕਾਲੂ ਨੂੰ ਬੁਲਾ ਕੇ ਲਿਆ। ਇਹ ਮਹਿਤਾ ਕਾਲੂ ਦਾ ਪੁੱਤਰ ਜਿਹੜਾ ਹੈ ਨਾ, ਇਸ ਦੀ ਮੱਤ ਥੋੜੀ ਹੈ, ਬਚਪਨਾ ਹੈ, ਬਾਲਕ ਅਵਸਥਾ ਹੈ, ਤੇ ਤੂੰ ਜਾ ਉਸ ਦੇ ਪਿਤਾ ਨੂੰ ਬੁਲਾ ਕੇ ਲਿਆ। ਮਹਿਤਾ ਕਾਲੂ ਜੀ ਨੂੰ ਬੁਲਾਓ, ਭਰੇ ਉਜਾਰਾ ਜਿਨ ਉਜਰਾਈ, ਵੀ ਉਹੀ ਸਾਰਾ ਉਜਾੜਾ ਭਰ ਸਕਦੇ ਨੇ, ਤੇ ਇਹਦੇ ਕੋਲ ਤਾਂ ਕੋਈ ਹੈ ਵੀ ਨਹੀਂ, ਕਿਸ ਤਰ੍ਹਾਂ ਉਜਾੜਾ ਭਰੇਗਾ। ਤੁਸੀਂ ਇਸ ਤਰ੍ਹਾਂ ਕਰੋ, ਇਹਨਾਂ ਦੇ ਪਿਤਾ ਨੂੰ ਬੁਲਾਓ, ਉਹੀ ਸਾਰੀ ਫਸਲ ਦੀ ਭਰਪਾਈ ਕਰਨਗੇ। ਗਇਓ ਵੇਗ ਕਾਲੂ ਆਹੂ ਤੂੰ, ਚਲੋ ਪੂਤ ਕੀ ਪਿਖ ਕਰ ਤੂੰ ਤਾਂ। ਕਹਿੰਦੇ ਨੌਕਰ ਜਦੋਂ ਉਹਦੇ ਮਾਲਕ ਨੇ ਹੁਕਮ ਕੀਤਾ, ਰਾਏ ਬੁਲਾਰ ਨੇ ਆਪਣੇ ਸੇਵਕ ਨੂੰ ਬੁਲਾਇਆ ਨਾ, ਤਾਂ ਨੌਕਰ ਉਹ ਹੁਕਮ ਮੰਨ ਕੇ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਪਹੁੰਚਦਾ। ਹੁਣ ਚਲੋ ਪੁੱਤ ਕੀ ਪਿੱਖ ਕਰਤੂਤਾਂ, ਤੇ ਉਹ ਜਾਂਦਾ ਹੀ, ਉਹ ਵੀ ਗੁੱਸੇ ਦੇ ਵਿੱਚ ਜਾ ਕੇ ਕਹਿੰਦਾ ਵੀ ਆਪਣੇ ਪੁੱਤ ਦੀਆਂ ਕਰਤੂਤਾਂ ਦੇਖ ਲਓ ਆ ਕੇ, ਵੀ ਤੁਸੀਂ ਆਪਣੇ ਪੁੱਤਰ ਦੇ ਬਾਬਤ ਦੇਖੋ ਵੀ ਨਗਰ ਦੇ ਲੋਕਾਂ ਦਾ ਕਿਸ ਤਰ੍ਹਾਂ ਨੁਕਸਾਨ ਕਰ ਰਿਹਾ, ਉਹਦੀ ਕਰਤੂਤ ਦੇਖੋ। ਨੌਕਰ ਜਾ ਕੇ ਮਹਿਤਾ ਕਾਲੂ ਜੀ ਨੂੰ ਇਹ ਹੁਕਮ ਦਿੰਦਾ, ਉਹ ਹੁਕਮ ਜਿਹੜਾ ਉਸਨੇ ਪ੍ਰਾਪਤ ਕੀਤਾ ਸੀ ਰਾਏ ਬੁਲਾਰ ਦੇ ਕੋਲੋਂ, ਉਹ ਸਾਰਾ ਕੁਝ ਜਨਾ ਜਾ ਕੇ ਹੁਣ ਮਹਿਤਾ ਕਾਲੂ ਜੀ ਨੂੰ ਆਖ ਦਿੰਦਾ ਹੈ, ਅਮੁਕੋ ਰਾਹਕ ਤਾਹੇ ਕੇ ਦਾਰਾ, ਬਾਰ ਤੇਨ ਸਭ ਦੀਨ ਉਜਾਰਾ। ਕਹਿੰਦੇ ਰਾਹਕ ਦਾ ਭਾਵ ਕਿਸਾਨ, ਕਹਿੰਦੇ ਇੱਕ ਨਗਰ ਦੇ ਕਿਸਾਨ ਦਾ ਤੁਹਾਡੇ ਪੁੱਤਰ ਨੇ ਜਿਹੜੀਆਂ ਤੁਹਾਡੀਆਂ ਗਾਵਾਂ ਮੱਝਾਂ ਸੀ ਨਾ, ਜਿਹਨੂੰ ਤੁਸੀਂ ਉਹਨੂੰ ਭੇਜ ਦਿੱਤਾ ਛੋਟੀ ਉਮਰ ਦੇ ਵਿੱਚ ਵੀ ਇਹਨਾਂ ਨੂੰ ਚਰਾ ਕੇ ਲੈ ਕੇ ਆਓ, ਉਹ ਗਾਵਾਂ ਮੱਝਾਂ ਤਾਂ ਲੈ ਗਿਆ, ਪਰ ਉਸ ਨੇ ਨੁਕਸਾਨ ਬੜਾ ਕੀਤਾ, ਇੱਕ ਕਿਸਾਨ ਦਾ ਖੇਤ ਉਜਾੜ ਦਿੱਤਾ, ਜਿਹੜੀ ਉਹਦੀ ਫਸਲ ਸੀ ਉਹ ਸਾਰੀ ਫਸਲ ਦਾ ਤਹਿਸ ਨਹਿਸ ਕਰ ਦਿੱਤਾ ਤੁਹਾਡੀਆਂ ਗਾਵਾਂ ਮੱਝਾਂ ਨੇ। ਸੁਨ ਕਰ ਮਨ ਮਹਿ ਤਿਨ ਦੁਖ ਪਾਵਾਂ, ਸੁਤ ਨਾਨਕ ਕਬ ਸੁਖ ਨਾ ਦਿਖਾਵਾਂ। ਤੇ ਜਦੋਂ ਮਹਿਤਾ ਕਾਲੂ ਜੀ ਨੇ ਇਹ ਬਚਨ ਸੁਣੇ ਨਾ, ਤੇ ਮਨ ਦੇ ਵਿੱਚ ਉਹ ਵੀ ਗੁੱਸੇ ਦੇ ਵਿੱਚ ਆ ਗਏ ਵੀ ਮੈਂ ਆਪਣੇ ਪੁੱਤਰ ਨੂੰ ਕਿਸੇ ਚੰਗੇ ਪਾਸੇ ਲਗਾਉਣਾ ਚਾਹੁੰਦਾ, ਪਰ ਇਹ ਅੱਜ ਫਿਰ ਉਲਾਂਭਾ ਘਰ ਦੇ ਵਿੱਚ ਆ ਗਿਆ। ਤੇ ਜਦੋਂ ਸਾਰਾ ਕੁਝ ਸੁਣਿਆ, ਇਹ ਗੱਲ ਸੁਣ ਕੇ ਕਹਿੰਦੇ ਮਹਿਤਾ ਕਾਲੂ ਜੀ ਵੀ ਮਨ ਦੇ ਵਿੱਚ ਦੁੱਖ ਮਹਿਸੂਸ ਕਰਦੇ ਨੇ। ਸੁਤ ਨਾਨਕ ਕਬ ਸੁਖ ਨਾ ਦਿਖਾਵਾ, ਤੇ ਕਹਿੰਦੇ ਪੁੱਤਰ ਨਾਨਕ ਨੇ ਕਦੇ ਵੀ ਕਹਿੰਦੇ ਮੈਨੂੰ ਸੁੱਖ ਨਹੀਂ ਵਿਖਾਇਆ ਅੱਜ ਤੱਕ। ਤੇ ਇੱਕ ਹੋਰ ਉਲਾਂਭਾ ਘਰ ਦੇ ਵਿੱਚ ਆ ਗਿਆ, ਪ੍ਰਿਤ ਸੰਗ ਪਹੁੰਚਤ ਪਾਤਿਹਵਾ, ਰਾਏ ਨਿਕਟ ਸ੍ਰੀ ਨਾਨਕ ਜਿਹਵਾ। ਕਹਿੰਦੇ ਨੌਕਰ ਦੇ ਨਾਲ ਮਹਿਤਾ ਕਾਲੂ ਜੀ ਵੀ ਫਿਰ ਉਸੇ ਥਾਂ ਦੇ ਉੱਤੇ ਪਹੁੰਚ ਗਏ ਵੀ ਜਿੱਥੇ ਰਾਏ ਬੁਲਾਰ ਦੇ ਪਾਸ ਰਾਏ ਨਿਕਟ ਸ੍ਰੀ ਨਾਨਕ ਜਿਹਵਾ, ਜਿੱਥੇ ਰਾਏ ਬੁਲਾਰ ਦੇ ਪਾਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੜੇ ਨੇ ਨਾ, ਫਿਰ ਨੌਕਰ ਜਿਹੜਾ ਰਾਏ ਬੁਲਾਰ ਨੇ ਭੇਜਿਆ ਸੀ ਉਹਦੇ ਨਾਲ ਹੀ ਮਹਿਤਾ ਕਾਲੂ ਜੀ ਉਸ ਸਭਾ ਦੇ ਵਿੱਚ ਪਹੁੰਚ ਜਾਂਦੇ ਨੇ। ਚੋਪਈ ਵੇਖੋ ਬੁਲਾਰ ਕਹਿ ਵਾਕ ਕਠੋਰਾ, ਸੁਣ ਕਾਲੂ ਤੁਝ ਪਹਿਨ ਹੈ ਥੋਰਾ। ਤੇ ਰਾਏ ਬੁਲਾਰ ਜੀ ਨੇ ਜਦੋਂ ਵੇਖਿਆ ਨਾ ਮਹਿਤਾ ਕਾਲੂ ਜੀ ਨੂੰ ਵੀ ਚੱਲ ਹੁਣ ਇਸ ਬਾਲਕ ਦਾ ਪਿਓ ਆ ਗਿਆ, ਤੇ ਮਹਿਤਾ ਕਾਲੂ ਜੀ ਨੂੰ ਦੇਖ ਕੇ ਰਾਏ ਬੁਲਾਰ ਮਨ ਦੇ ਵਿੱਚ ਗੁੱਸਾ ਹੁੰਦਾ, ਤੇ ਫਿਰ ਆਖਦਾ ਹੈ ਸੁਣ ਕਾਲੂ, ਇਹ ਕਾਲੂ ਸੁਣੋ, ਤੁਝ ਪਹਿਨ ਹੈ ਥੋਰਾ, ਵੀ ਤੁਹਾਨੂੰ ਕਿਸ ਗੱਲ ਦੀ ਘਾਟ ਹੈ, ਵੀ ਘਰ ਦੇ ਵਿੱਚ ਕੋਈ ਕਮੀ ਪੇਸ਼ੀ ਹੈ, ਜਾਂ ਮੈਂ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਤੁਹਾਡੇ ਕੰਮ ਦੇ ਅਨੁਸਾਰ ਤੁਹਾਨੂੰ ਤਨਖਾਹ ਨਹੀਂ ਦਿੰਦਾ, ਤੁਹਾਡੇ ਘਰ ਦਾ ਗੁਜ਼ਾਰਾ ਨਹੀਂ ਚੰਗਾ ਚੱਲਦਾ, ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੈ ਵੀ ਜਿਹੜਾ ਕਹਿੰਦੇ ਗਾਈਆਂ ਮੱਝਾਂ ਨੂੰ ਚਾਰਨ ਵਾਸਤੇ ਆਪਣੇ ਪੁੱਤਰ ਨੂੰ ਭੇਜ ਦਿੱਤਾ, ਆਪਣੇ ਪੁੱਤਰ ਨੂੰ ਇਸ ਕੰਮ ਦੇ ਵਿੱਚ ਲਾ ਦਿੱਤਾ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਹੈ। ਇਹ ਰਾਏ ਬੁਲਾਰ ਹੁਣ ਜਦੋਂ ਮਹਿਤਾ ਕਾਲੂ ਜੀ ਨੂੰ ਦੇਖਦਾ ਤਾਂ ਪੈਂਦੇ ਸੱਟੇ ਸਭ ਤੋਂ ਪਹਿਲਾਂ ਇਹੀ ਸਵਾਲ ਕਰਦਾ ਹੈ, ਗੋਚਾਰਨ ਕੋ ਸੁਤ ਮਸਤਾਨਾ,
ਭੇਜੋ ਜਿਨ ਸਭ ਖੇਤ ਚਰਾਨਾ। ਤੇ ਕਹਿੰਦੇ ਤੂੰ ਆਪਣੇ ਮਸਤਾਨੇ ਪੁੱਤਰ ਨੂੰ ਭੇਜ ਦਿੱਤਾ ਗਾਵਾਂ ਮੱਝਾਂ ਲੈ ਕੇ ਵੀ ਚੱਲ ਭਾਈ ਇਹਨੂੰ ਚਰਵਾ ਕੇ ਲਿਆ। ਤੇ ਕਹਿੰਦੇ ਜਿਸ ਦੇ ਕਾਰਨ ਤੂੰ ਇਹਨੂੰ ਭੇਜਿਆ ਸੀ ਨਾ, ਤੇ ਉਸ ਦੇ ਨਾਲ ਇੱਕ ਕਿਸਾਨ ਦਾ ਨੁਕਸਾਨ ਹੋਇਆ। ਵੀ ਤੈਨੂੰ ਇਸ ਗੱਲ ਦੀ ਖਬਰ ਹੈ ਵੀ ਤੇਰੇ ਪੁੱਤਰ ਨੇ ਇਹ ਕੁਝ ਕੰਮ ਕਰ ਦਿੱਤਾ। ਅੱਜ ਆ ਕਿਸਾਨ ਖੜਾ ਦੇਖ ਫਰਿਆਦ ਲੈ ਕੇ ਆਇਆ ਵੀ ਮੇਰੇ ਖੇਤ ਦਾ ਤਹਿਸ ਨਹਿਸ ਕਰ ਦਿੱਤਾ, ਖੇਤ ਦਾ ਨਾਸ ਮਾਰ ਦਿੱਤਾ। ਇਹ ਫਰਿਆਦ ਲੈ ਕੇ ਆਇਆ, ਪਰ ਤੈਨੂੰ ਇਸ ਗੱਲ ਦੀ ਸੋਝੀ ਨਹੀਂ ਵੀ ਤੂੰ ਆਪਣੇ ਛੋਟੇ ਪੁੱਤਰ ਨੂੰ ਇਸ ਕਾਰਜ ਦੇ ਵਿੱਚ ਲਗਾਇਆ ਹੋਇਆ ਹੈ। ਇਹ ਜੋ ਕਰਮ ਨਿਭੇ ਕਿਉਂ ਕਰ ਕੈ, ਗੋ ਤਨ ਲਿਓ ਉਜਾਰਾ ਭਰ ਕੈ। ਕਹਿੰਦੇ ਤੁਹਾਡੇ ਇਹ ਜਿਹੜਾ ਹੁਣ ਕਰਮ ਇਹਨਾਂ ਨੇ ਕੀਤਾ ਹੈ, ਮੈਂ ਕਿਸ ਤਰ੍ਹਾਂ ਇਸ ਨਾਲ ਨਜਿੱਠਾਂ। ਵੀ ਜਿਹੜੀ ਕਣਕ ਦੀ ਬਰਬਾਦੀ ਕੋਈ ਹੈ, ਜਿਹੜੀਆਂ ਗਊ ਧਨ ਭਾਵ ਜਿਹੜੀਆਂ ਫਸਲ ਸੀ ਇਹਨਾਂ ਗਾਵਾਂ ਮੱਝਾਂ ਨੇ ਉਜਾੜ ਦਿੱਤੀ ਹੈ, ਉਸ ਦਾ ਉਜਾੜਾ ਭਰੋ। ਪਰ ਇਹ ਇਨਸਾਫ ਕੀਤਾ ਜਾਵੇਗਾ ਇਸ ਸਭਾ ਦੇ ਵਿੱਚ। ਕਿਸਾਨ ਫਰਿਆਦ ਲੈ ਕੇ ਆਇਆ, ਤੁਹਾਡੀਆਂ ਗਾਵਾਂ ਮੱਝਾਂ ਨੇ ਨੁਕਸਾਨ ਕੀਤਾ ਨਾ, ਤਾਂ ਇਹ ਨੁਕਸਾਨ ਦੀ ਭਰਪਾਈ ਤੁਹਾਨੂੰ ਕਰਨੀ ਪਵੇਗੀ। ਇਹ ਸਾਰੀ ਫਸਲ ਦਾ ਜਿੰਨਾ ਵੀ ਇਸ ਦੀ ਰਕਮ ਬਣਦੀ, ਜਿੰਨਾ ਉਸ ਨੂੰ ਇਸ ਕਿਸਾਨ ਨੂੰ ਇਸ ਨੂੰ ਫਾਇਦਾ ਹੋਣਾ ਸੀ, ਜਿੰਨੀ ਇਨਕਮ ਹੋਣੀ ਸੀ, ਉਸ ਦੇ ਮੁਤਾਬਕ ਤੁਹਾਨੂੰ ਸਾਰੀ ਭਰਪਾਈ ਕਰਨੀ ਪਵੇਗੀ। ਅਸ ਸੁਣ ਕਰ ਸ੍ਰੀ ਨਾਨਕ ਬਾਣੀ, ਬੋਲੇ ਕਲਾਵਾਨ ਗੁਣ ਖਾਨੀ। ਤਿੰਦੇ ਕਲਾਵਾਨ ਗੁਣਾ ਦੀ ਖਾਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਰਾਏ ਬੁਲਾਰ ਦੀ ਜਦੋਂ ਇਹ ਗੱਲ ਸੁਣਦੇ ਨੇ ਨਾ, ਵੀ ਰਾਏ ਬੁਲਾਰ ਵੀ ਹੁਣ ਉਹ ਕਿਸਾਨ ਦਾ ਪੱਖ ਸੁਣ ਕੇ ਹੀ ਇਹ ਆਖੀ ਜਾ ਰਿਹਾ ਵੀ ਤੁਹਾਨੂੰ ਫਸਲ ਦੀ ਭਰਪਾਈ ਕਰਨੀ ਪਵੇਗੀ। ਇਹ ਸਾਰਾ ਕੁਝ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ ਨਾ, ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਆਪਣੇ ਮੁਖਾਰ ਬਿੰਦ ਤੋਂ ਆਪਣੇ ਸ਼੍ਰੀ ਕੰਠ ਤੋਂ ਬਚਨ ਉਚਾਰਨ ਕਰਦੇ ਨੇ। ਕਿਉਂਕਿ ਕਦੇ ਵੀ ਇਨਸਾਫ ਇਸ ਤਰੀਕੇ ਦੇ ਨਾਲ ਨਹੀਂ ਹੁੰਦਾ ਵੀ ਇੱਕ ਪੱਖ ਦੀ ਸੁਣਵਾਈ ਹੋ ਜਾਵੇ, ਦੂਜੇ ਵਾਲੇ ਨੂੰ ਬੋਲਣ ਦਾ ਮੌਕਾ ਨਾ ਦਿੱਤਾ ਜਾਵੇ। ਦੋਨਾਂ ਪੱਖਾਂ ਦੀ ਗੱਲ ਸੁਣ ਕੇ ਜਿਹੜੇ ਸਿਆਣੇ ਹੁੰਦੇ ਨੇ, ਜਿਹੜੇ ਸੂਝਵਾਨ ਹੁੰਦੇ ਨੇ ਨਾ, ਉਹ ਦੋਨਾਂ ਧਿਰਾਂ ਦੀ ਗੱਲ ਸੁਣਦੇ ਨੇ। ਉਹ ਦੋਨਾਂ ਧਿਰਾਂ ਦੀ ਗੱਲ ਸੁਣ ਕੇ, ਦੋਨੋਂ ਪੱਖ ਸੁਣ ਕੇ ਫਿਰ ਨਿਰਣਾ ਕਰਦੇ ਨੇ ਵੀ ਅਸਲ ਦੇ ਵਿੱਚ ਕਿਸ ਦੀ ਗਲਤੀ ਹੈ ਤੇ ਕਿਹੜਾ ਇੱਥੇ ਸਹੀ ਹੈ। ਫਿਰ ਨਿਆਂ ਹੁੰਦੇ ਨੇ। ਇਸ ਤਰ੍ਹਾਂ ਇੱਕ ਬੰਦੇ ਦੀ ਗੱਲ ਸੁਣ ਕੇ ਨਿਆਂ ਨਹੀਂ ਕੀਤੇ ਜਾ ਸਕਦੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਹੁਣ ਤੱਕ ਸਾਰੀ ਗੱਲ ਸੁਣੀ ਕਿਸਾਨ ਦੀ, ਵੀ ਇਹਨੇ ਕੀ ਕੀ ਤੌਹਮਤਾਂ ਲਾਈਆਂ, ਕੀ ਕੀ ਇਲਜ਼ਾਮ ਲਗਾਏ ਨੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਰਾਏ ਬੁਲਾਰ ਦੀ ਵੀ ਇਹ ਗੱਲ ਸੁਣੀ ਵੀ ਇਹ ਵੀ ਇਹੀ ਗੱਲ ਆਖ ਰਿਹਾ ਵੀ ਇਸ ਕਿਸਾਨ ਦੀ ਫਸਲ ਦੀ ਭਰਪਾਈ ਕਰੋ। ਤੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੁਝ ਬੋਲਣਾ ਚਾਹੁੰਦੇ ਨੇ ਵੀ ਮੇਰਾ ਪੱਖ ਵੀ ਸੁਣਿਆ ਜਾਵੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਕੀ ਬੋਲਣਾ ਚਾਹੁੰਦੇ ਨੇ, ਇਹ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਤੇ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣਾ ਪੱਖ ਰੱਖਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪੱਖ ਰੱਖਣ ਤੋਂ ਬਾਅਦ ਰਾਏ ਬੁਲਾਰ ਕਿਸਾਨ ਦੇ ਪੱਖ ਦੇ ਵਿੱਚ ਭੁਗਤਦਾ ਹੈ, ਜਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਗੱਲ ਸੁਣ ਕੇ ਉਹਨਾਂ ਦੇ ਨਾਲ ਸਹਿਮਤੀ ਜਤਾਉਂਦਾ ਹੈ। ਇਹ ਵਿਚਾਰਾਂ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ।